Children, welcome back to the third part of the lesson sorting the materials into groups. So let's start the chapter. We were discussing about the floating and sinking materials. Then there is activity 5. Collect samples of vinegar, yani sirka lo, lemon juice lo, mustard oil, coconut oil, kerosene, any other liquid. Glass tumbler ਦੇ ਵਿੱਚ ਪਾਣਾ ਹੈ। ਇਹ ਹੁਣੇ ਹੀ ਮੈਂ ਤੁਹਾਨੂੰ ਦੱਸੀ ਹੈ ਜੋ ਐਕਟੀਵਿਟੀ ਹੈ ਉਹੀ ਐਕਟੀਵਿਟੀ ਹੈ। ਫਿਰ ਇੱਥੇ ਤੁਸੀਂ ਲਿਖੋਗੇ ਵਿਨੇਗਰ, ਸਿਰਕਾ ਪਾਣੀ ਦੇ ਵਿੱਚ ਬੜੇ ਆਰਾਮ ਨਾਲ ਘੁਲ ਜਾਂਦਾ ਹੈ। ਤੁਸੀਂ ਲਿਖੋਗੇ ਮਿਕਸਸ ਵੈਲ। ਲੈਮਨ ਜੂਸ, ਨਿੰਬੂ ਪਾਣੀ, ਇਹ ਵੀ ਮਿਕਸ ਹੋ ਜਾਂਦਾ ਹੈ, ਮਿਕਸਸ ਵੈਲ। ਮਸਟਰਡ ਆਇਲ, ਇਹ ਤੁਸੀਂ ਲਿਖੋਗੇ ਡਜ਼ ਨਾਟ ਮਿਕਸ, ਇਹ ਵਾਲਾ ਇਹ ਲਿਖੋਗੇ ਡਜ਼ ਨਾਟ ਮਿਕਸ, ਆਇਲ ਹੀ ਹੈ। ਕੋਈ ਵੀ ਆਇਲ ਵਾਟਰ 'ਚ ਮਿਕਸ ਨਹੀਂ ਹੋਏਗਾ। ਆਇਲ ਆਇਲ ਦੇ ਵਿੱਚ ਹੋ ਜਾਏਗਾ ਪਰ ਆਇਲ ਵਾਟਰ 'ਚ ਨਹੀਂ ਮਿਕਸ ਹੋਏਗਾ। ਦੈਨ ਕੋਕੋਨਟ ਆਇਲ, ਇਹਦੇ 'ਚ ਵੀ ਡਜ਼ ਨਾਟ ਮਿਕਸ ਲਿਖਣਾ। ਕੈਰੋਸੀਨ ਡਜ਼ ਨਾਟ ਮਿਕਸ। ਤਾਂ ਇਹ ਸਮ ਲਿਕੁਇਡਸ ਮਿਕਸ ਵੈਲ ਵਾਈਲ ਅਦਰਸ ਡੂ ਨਾਟ। ਤੇ ਉਹੀ ਐਕਟੀਵਿਟੀ ਦਿੱਤੀ ਹੋਈ ਹੈ। We notice that some liquids get completely mixed with water. Some others do not mix with water and form a separate layer when kept aside. Bujo suggests that we also check if the liquid that we use in activity 5 mixed well with some liquid other than water. ਇਹ activity ਕੀਤੀ ਹੋਈ ਹੈ। Now solid ਦਾ ਦੇਖ ਲਿਆ ਅਸੀਂ, ਚੀਨੀ solid ਸੀਗੀ, ਨਮਕ solid ਸੀਗਾ ਤੇ ਅਸੀਂ ਪਾਣੀ liquid ਦੇ ਵਿੱਚ ਪਾ ਕੇ ਦੇਖ ਲਿਆ। ਲਿਕੁਇਡ ਦਾ ਵੀ ਕਰ ਲਿਆ ਕਿ ਵਿਨੇਗਰ ਹੈ, ਲੈਮਨ ਜੂਸ, ਮਸਟਰਡ ਆਇਲ ਨੂੰ ਇਹ ਲਿਕੁਇਡ ਵਿੱਚ ਪਾਏ। ਹੁਣ ਗੈਸਸ ਦੀ ਵਾਰੀ ਹੈ। ਸਮ ਗੈਸਸ ਆਰ ਸੋਲੂਬਲ ਇਨ ਵਾਟਰ ਵੇਅਰਐਜ਼ ਅਦਰਸ ਆਰ ਨਾਟ। ਕੁਝ ਗੈਸਸ ਪਾਣੀ ਦੇ ਵਿੱਚ ਘੁਲ ਜਾਂਦੀਆਂ, ਘੁਲਣਸ਼ੀਲ ਹੁੰਦੀਆਂ, ਕੁਝ ਨਹੀਂ ਹੁੰਦੀਆਂ। ਵਾਟਰ ਯੂਜੂਅਲੀ ਹੈਵ ਸਮਾਲ ਕੁਆਂਟੀਟੀਜ਼ ਆਫ ਸਮ ਗੈਸਸ ਡਿਸੋਲਵਡ ਇਨ ਇਟ। ਵਾਟਰ ਦੇ ਵਿੱਚ ਕਿਹੜੀਆਂ ਗੈਸਸ ਹੁੰਦੀਆਂ? ਹਾਈਡਰੋਜਨ ਐਂਡ ਆਕਸੀਜਨ ਤੋਂ ਬਣਿਆ ਹੁੰਦਾ ਹੈ ਵਾਟਰ। ਫॉर ਐਗਜ਼ਾਮਪਲ ਆਕਸੀਜਨ ਗੈਸ ਡਿਸੋਲਵਡ ਇਨ ਵਾਟਰ ਇਜ਼ ਵੈਰੀ ਇੰਪੋਰਟੈਂਟ ਫॉर ਦ ਸਰਵਾਈਵਲ ਆਫ ਐਨੀਮਲਸ ਐਂਡ ਪਲਾਂਟਸ ਦੈਟ ਲਿਵਸ ਇਨ ਵਾਟਰ। ਤਾਂ ਅਸੀਂ ਤਾਂ ਸਾਹ ਲੈ ਰਹੇ ਹੈਗੇ ਆ ਡਾਇਰੈਕਟ ਥਰੂ ਗੈਸ, ਆਕਸੀਜਨ ਸਾਨੂੰ ਮਿਲ ਰਹੀ ਹੈ। ਪਰ ਪਾਣੀ ਦੇ ਵਿੱਚ ਜਿਹੜੇ ਫਿਸ਼ ਵਗੈਰਾ, ਫਰੋਗ, ਫਿਸ਼, ਹੋਰ ਸਾਰੇ ਪਾਣੀ ਵਾਲੇ ਜਿਹੜੇ ਐਨੀਮਲਸ ਹੈ ਔਰ ਪਲਾਂਟਸ ਵੀ ਹੈ ਪਾਣੀ ਵਾਲੇ, ਪਾਣੀ ਦੇ ਅੰਦਰ ਹੁੰਦੇ ਆ, ਉਹ ਕਿਸ ਤਰ੍ਹਾਂ ਆਕਸੀਜਨ ਲੈਂਦੇ ਆ? ਉਹ ਪਾਣੀ ਦੇ ਵਿੱਚ ਡਿਸੋਲਵਡ ਆਕਸੀਜਨ ਲੈਂਦੇ ਆ, ਪਾਣੀ ਦੇ ਵਿੱਚ ਘੁਲਿਆ ਹੋਇਆ ਆਕਸੀਜਨ ਗੈਸ ਲੈਂਦੇ ਆ, ਜਿਹਦੇ ਕਰਕੇ ਉਹ ਜਿੰਦੇ ਆ। ਇਸੇ ਕਰਕੇ ਫਿਸ਼ ਪਾਣੀ ਦੇ ਥੱਲੇ ਅਲਾਈਵ ਰਹਿੰਦੀ ਹੈ। ਕਿਉਂ? ਕਿਉਂਕਿ ਉਹ ਆਕਸੀਜਨ ਕਿਹੜਾ ਯੂਜ਼ ਕਰ ਰਹੀ ਹੈ? ਜਿਹੜਾ ਪਾਣੀ ਦੇ ਵਿੱਚ ਘੁਲਿਆ ਹੋਇਆ ਹੈ। ਅਗਲੀ ਪ੍ਰੋਪਰਟੀ ਹੈ ਆਬਜੈਕਟਸ ਮੇ ਫਲੋਟ ਔਰ ਸਿੰਕ ਇਨ ਵਾਟਰ। ਤਾਂ ਕੁਝ ਆਬਜੈਕਟਸ ਹੈਗੇ ਆ ਫਲੋਟਿੰਗ ਐਂਡ ਸਿੰਕਿੰਗ ਆਫ ਸਬਸਟੈਂਸਸ ਤੇ ਬੇਟਾ ਬਣੇ ਹੋਏ ਆ। ਕੁਝ ਆਬਜੈਕਟਸ ਫਲੋਟ ਕਰਦੇ ਆ, ਕੁਝ ਨਹੀਂ। ਸੁੱਕਾ ਪੱਤਾ ਅਗਰ ਤੁਸੀਂ ਦੇਖੋਗੇ, ਸੁੱਕਿਆ ਹੋਇਆ ਪੱਤਾ ਜਿਹੜਾ ਹੈ ਅਗਰ ਤੁਸੀਂ ਪਾਣੀ ਦੇ ਵਿੱਚ ਪਾਓਗੇ ਤਾਂ ਉਹ ਫਲੋਟ ਕਰੇਗਾ ਪਾਣੀ 'ਚ। ਇਸੇ ਤਰ੍ਹਾਂ ਹੀ ਲੀਵਸ ਹੈ, ਠੀਕ ਹੈ। ਹੋਰ ਪਾਣੀ ਦੇ ਵਿੱਚ ਲੱਕੜੀ ਦਾ ਬੁਰਾਦਾ ਹੋਏ, ਕੋਰਕ ਹੋਵੇ, ਇਹ ਸਾਰੇ ਫਲੋਟ ਕਰਨਗੇ ਪਾਣੀ ਦੇ ਵਿੱਚ। ਪਰ ਅਗਰ ਅਸੀਂ ਕੋਈ ਹੈਵੀ ਮੈਟਲ ਕੋਇਨ ਪਾ ਦਈਏ, ਸਿੱਕਾ ਪਾਈਏ ਜਾਂ ਸਟੋਨ ਪਾ ਕੇ ਦੇਖੀਏ ਜਾਂ ਵਾਸ਼ਿੰਗ ਪਾਊਡਰ ਵੀ ਅਗਰ ਪਾ ਦਈਏ ਤਾਂ ਪੂਰੀ ਤਰ੍ਹਾਂ ਉਹ ਵੀ ਨਹੀਂ ਘੁਲਦਾ ਤੇ ਉਹ ਇਟ ਵਿਲ ਸਿੰਕ ਇਨ ਵਾਟਰ। ਇਨੀਸ਼ੀਅਲੀ ਉਹ ਥੱਲੇ ਸਿੰਕ ਕਰ ਜਾਏਗਾ। ਤੇ ਪਾਣੀ ਦੇ ਵਿੱਚ ਤੈਰਨਾ ਤੇ ਸਿੰਕ ਕਰਨਾ ਕਿਸ ਤੇ ਡਿਪੈਂਡ ਕਰਦਾ ਹੈ? ਦੈਟ ਪ੍ਰੋਪਰਟੀ ਇਜ਼ ਕਾਲਡ ਬੇਟਾ ਡੈਂਸਿਟੀ। ਸੋ ਇਟ ਇਜ਼ ਔਨ ਦ ਬੇਸਿਸ ਆਫ ਦ ਡੈਂਸਿਟੀ ਆਫ ਸਬਸਟੈਂਸਸ ਕਿ ਕੋਈ ਜਿਹੜੀ ਚੀਜ਼ ਹੈ ਉਹ ਸਿੰਕ ਕਰਦੀ ਹੈ ਜਾਂ ਫਲੋਟ ਕਰਦੀ ਹੈ। ਮਾਸ ਪਰ ਯੂਨਿਟ ਵੋਲਿਊਮ ਆਫ ਅ ਸਬਸਟੈਂਸ ਇਜ਼ ਨੋਨ ਐਜ਼ ਇਟਸ ਡੈਂਸਿਟੀ। ਇਹ ਤੁਹਾਡੀ ਇਹਦੀ ਡੈਫੀਨੇਸ਼ਨ ਹੈ, ਇਹਨੂੰ ਲਰਨ ਕਰਨਾ ਹੈ। ਦ ਮਾਸ ਪਰ ਯੂਨਿਟ ਵੋਲਿਊਮ ਆਫ ਅ ਸਬਸਟੈਂਸ ਇਜ਼ ਨੋਨ ਐਜ਼ ਇਟਸ ਡੈਂਸਿਟੀ। ਸਬਸਟੈਂਸਸ ਦੈਟ ਆਰ ਲੈਸ ਡੈਂਸ ਦੈਨ ਵਾਟਰ ਵਿਲ ਫਲੋਟ ਔਨ ਇਟ। ਜਿਹੜੇ ਘੱਟ ਡੈਂਸ ਹੈਗੇ ਆ, ਲਾਈਟ ਹੈ, ਉਹ ਪਾਣੀ ਦੇ ਉੱਤੇ ਫਲੋਟ ਕਰਨਗੇ। whereas the substances which are denser than water, heavy ਹੈ ਜਿਹੜੇ ਪਾਣੀ ਨਾਲੋਂ, ਉਹ they will sink in the water। ਪਾਣੀ ਨਾਲੋਂ ਜਿਹੜੇ ਹੈਵੀ ਹੁੰਦੇ ਆ, ਡੈਂਸ ਜ਼ਿਆਦਾ ਮੋਰ ਡੈਂਸ ਹੈ, ਉਹ ਪਾਣੀ ਦੇ ਵਿੱਚ ਨੀਚੇ ਸਿੰਕ ਕਰ ਜਾਣਗੇ, ਡੁੱਬ ਜਾਣਗੇ। ਬਟ ਜਿਹੜੇ ਲਾਈਟ ਹੈ ਉਹ ਉੱਪਰ ਹੀ ਤੈਰਨਗੇ। ਤਾਂ ਪੇਪਰ ਹੋ ਗਿਆ, ਪੇਪਰ ਬੋਟਸ, ਸਾਰਿਆਂ ਨੇ ਰੇਨੀ ਸੀਜ਼ਨ ਦੇ ਵਿੱਚ ਪੇਪਰ ਬੋਟਸ ਉੱਥੇ ਪਾਣੀ ਦੇ ਵਿੱਚ ਚਲਾਈਆਂ ਹੋਣੀਆਂ ਤੇ ਉਹ ਫਲੋਟ ਕਰਦੀਆਂ ਰਹਿੰਦੀਆਂ ਔਰ ਜਿਹੜੀਆਂ ਹੈ ਉਹ ਚਲਦੀਆਂ ਅੱਗੇ। ਇਸੇ ਤਰ੍ਹਾਂ ਹੀ ਸੁੱਕੇ ਪੱਤੇ ਹੋ ਗਏ ਐਂਡ ਦੈਨ ਵੁਡਨ ਕੋਈ ਵੀ ਚੀਜ਼ ਹੋ ਗਈ ਉਹ ਵੀ ਫਲੋਟ, ਲੱਕੜੀ ਦਾ ਲੌਗ ਹੋ ਗਿਆ ਉਹ ਵੀ ਫਲੋਟ ਕਰਦਾ ਹੈ। ਪਰ ਅਗਰ ਤੁਸੀਂ ਪੱਥਰ ਪਾਉਂਦੇ ਹੋ ਉਸ ਦੇ ਵਿੱਚ ਜਾਂ ਹੈਵੀ ਕੋਈ ਮੈਟਲ ਜਾਂ ਕੋਇਨ ਪਾ ਰਹੇ ਹੋ ਜਾਂ ਕੀਜ਼ ਪਾ ਰਹੇ ਹੋ, ਚਾਬੀ ਹੈ, ਲੌਕ ਹੈ, ਆਲੇ ਦੁਆਲੇ ਕੋਈ ਵੀ ਐਸੀ ਚੀਜ਼ ਹੈ, ਉਹ ਇਟ ਵਿਲ ਸਿੰਕ in the water. So while doing activity 4, you might have noticed that the insoluble solids separated out from water. You may have also noticed that this with some liquids, some of these materials that did not mix with water floated to the surface of water. ਪਾਣੀ ਦੇ ਵਿੱਚ ਜਿਹੜੇ ਨਹੀਂ ਘੁਲੇ ਉਹ ਪਾਣੀ 'ਚ ਫਲੋਟ ਕਰ ਰਹੇ ਸੀ। Others may have sunk to the bottom. ਕੁਝ ਜਿਹੜੇ ਹੈ ਉਹ ਪਾਣੀ ਦੇ ਵਿੱਚ ਨੀਚੇ ਟੰਬਲਰ ਦੇ ਵਿੱਚ ਨੀਚੇ ਬੈਠ ਗਏ। We notice many examples of objects
that float in water or sink. Dried leaves, ਸੁੱਕੇ ਹੋਏ ਪੱਤੇ, fallen on the surface of a pond, ਛੱਪੜ ਦੇ ਵਿੱਚ ਤੁਸੀਂ ਤੈਰਦੇ ਦੇਖੇ ਹੋਣਗੇ. Then a stone, pond ਦੇ ਵਿੱਚ ਚਲਾ ਜਾਂਦਾ ਹੈ. Then honey that you will let fall into a glass of container. What happens to this? ਇਹ ਤੁਹਾਨੂੰ ਹੈ, put drops of honey ਤੁਸੀਂ ਉਹਦੇ ਚ ਪਾਣੀ ਚ ਪਾ ਕੇ ਦੇਖੋ ਕਿ ਉਹ sink ਕਰਦਾ ਹੈ ਕਿ ਤੈਰਦਾ ਹੈ. ਇਹ ਤੁਸੀਂ ਦੇਖੋਗੇ ਕਿ ਹਨੀ ਜਿਹੜਾ ਹੈ ਉਹ ਨੀਚੇ ਬੈਠ ਜਾਂਦਾ ਹੈ ਥੋੜੀ ਦੇਰ ਬਾਅਦ. ਦੈਨ ਹੈ ਨੈਕਸਟ ਪ੍ਰੋਪਰਟੀਜ਼ ਟਰਾਂਸਪੇਰੈਂਸੀ. ਟਰਾਂਸਪੇਰੈਂਸੀ ਦਾ ਮਤਲਬ ਹੈ ਆਰ ਪਾਰ ਦੇਖਣਾ. ਕਈ ਚੀਜ਼ਾਂ ਹੁੰਦੀਆਂ ਜਿਨ੍ਹਾਂ ਚੋਂ ਤੁਸੀਂ ਆਰ ਪਾਰ ਬੜੇ ਆਰਾਮ ਨਾਲ ਦੇਖ ਸਕਦੇ ਹੋ, ਜਿਵੇਂ ਗਲਾਸ ਵਿੰਡੋ ਹੈ, ਸ਼ੀਸ਼ੇ ਲੱਗੇ ਹੋਏ ਆ ਖਿੜਕੀਆਂ ਦੇ ਵਿੱਚ, ਤੁਸੀਂ ਆਰ ਪਾਰ ਦੇਖ ਸਕਦੇ ਹੋ. ਔਰ ਜਿਨ੍ਹਾਂ ਚ ਨਹੀਂ ਦੇਖ ਸਕਦੇ ਦੇ ਆਰ ਕਾਲਡ ਓਪੇਕ. ਡੋਰ ਹੈ ਲੱਕੜੀ ਦਾ ਦਰਵਾਜ਼ਾ ਜਾਂ ਆਇਰਨ ਦਾ ਦਰਵਾਜ਼ਾ, ਉਹਦੇ ਚ ਤੁਸੀਂ ਬਾਹਰ ਨਹੀਂ ਦੇਖ ਸਕਦੇ, ਦੇ ਆਰ ਕਾਲਡ ਓਪੇਕ. ਔਰ ਤੀਸਰੀ ਕੈਟਾਗਰੀ ਹੈ ਟ੍ਰਾਂਸਲੂਸੈਂਟ ਮਟੀਰੀਅਲਸ ਦੀ. ਟ੍ਰਾਂਸਲੂਸੈਂਟ ਮਟੀਰੀਅਲਸ ਵਿੱਚੋਂ ਤੁਸੀਂ ਪਾਰਸ਼ਲੀ ਦੇਖ ਸਕਦੇ ਹੋ, ਮਤਲਬ ਥੋੜਾ ਅਜਿਹੇ ਸ਼ੀਸ਼ੇ ਜਿਹਦੇ 'ਚ ਤੁਹਾਨੂੰ ਕਲੀਅਰ ਨਹੀਂ ਦਿਖਦਾ ਪਰ ਥੋੜਾ ਦਿਖਦਾ ਹੈ ਕਿ ਕੌਣ ਉੱਥੇ ਪਿਆ ਹੈਗਾ, ਖੜਾ ਹੈ. ਤੇ ਬਾਕੀ ਜਿਹੜੀ ਸ਼ੀਟ ਹੁੰਦੀਆਂ ਲੱਗਦੀਆਂ ਗੇਟਸ ਤੇ, ਉਹਦੇ 'ਚੋਂ ਵੀ ਤੁਸੀਂ ਦੇਖ ਸਕਦੇ ਹੋ ਪਰ ਕਲੈਰਿਟੀ ਨਹੀਂ ਹੁੰਦੀ. ਇਸੇ ਤਰ੍ਹਾਂ ਹੀ ਬਟਰ ਪੇਪਰ ਹੈ ਜਾਂ ਸਿੰਪਲੀ ਤੁਸੀਂ ਇੱਕ ਪੇਪਰ ਤੇ ਰਿਫਾਈਨਡ ਆਇਲ, ਕੋਈ ਵੀ ਆਇਲ ਦੀਆਂ 2-3 ਡ੍ਰੌਪਸ ਪਾ ਕੇ ਉਸਨੂੰ ਫੈਲਾਓ ਔਰ ਉਸ ਤੋਂ ਬਾਅਦ ਉਹਨੂੰ ਦੇਖੋਗੇ ਕੀ ਤੁਹਾਨੂੰ ਆਰ ਪਾਰ ਦਿਖਦਾ. ਤੁਹਾਨੂੰ ਆਪਣੀ ਫਿੰਗਰ ਉਸ ਪੇਪਰ ਦੇ ਪਰਲੇ ਸਿਰੇ ਤੇ ਦਿਖੇਗੀ ਬਟ ਬਹੁਤ ਕਲੈਰਿਟੀ ਨਾਲ ਕਲੀਅਰਲੀ ਨਹੀਂ ਦਿਖੇਗੀ. ਦੈਟ ਮਟੀਰੀਅਲ ਇਜ਼ ਕਾਲਡ ਟ੍ਰਾਂਸਲੂਸੈਂਟ ਮਟੀਰੀਅਲ, ਬਟਰ ਪੇਪਰ. ਠੀਕ ਹੈ, ਇਹ ਟ੍ਰਾਂਸਪੇਰੈਂਟ ਹੈ. ਸੋ ਟ੍ਰਾਂਸਪੇਰੈਂਟ ਮਟੀਰੀਅਲਸ ਕਿਹੜੇ ਹੁੰਦੇ ਆ? ਦ ਮਟੀਰੀਅਲਸ ਦੈਟ ਅਲਾਉ ਲਾਈਟ ਟੂ ਪਾਸ ਥਰੂ them ਆਰ ਕਾਲਡ ਐਸ ਟ੍ਰਾਂਸਪੇਰੈਂਟ ਮਟੀਰੀਅਲਸ. ਜਿਹੜੇ ਲਾਈਟ ਜਿਸ ਵਿੱਚੋਂ ਆਰ ਪਾਰ ਲੰਘ ਜਾਵੇ, they are called transparent materials. So we can see objects clearly through a transparent material. ਬੜੀ ਚੰਗੀ ਤਰ੍ਹਾਂ ਅਸੀਂ ਦੇਖ ਸਕਦੇ ਹਾਂ ਟ੍ਰਾਂਸਪੇਰੈਂਟ ਮਟੀਰੀਅਲ ਦੇ ਆਰ ਪਾਰ. glass ਹੋ ਗਿਆ, air ਹੋ ਗਈ, that is an example of transparent material and this property is called transparency. ਜੋ ਇਹ property ਹੈ, transparency is the property ਜਿਹਦੇ 'ਚ ਕਿ ਲਾਈਟ ਆਰ ਪਾਰ ਹੋ ਜਾਂਦੀ ਹੈ ਔਰ ਉਹ ਅਸੀਂ ਉਹ ਚੀਜ਼ ਨੂੰ ਦੇਖ ਸਕਦੇ ਹਾਂ. then second opaque ਹੈ. opaque ਉਹ ਚੀਜ਼ ਜਿਸ ਦੇ ਵਿੱਚ ਕਿ ਅਸੀਂ ਨਹੀਂ ਦੇਖਦੇ, ਜੋ ਕਿ ਛੁਪ ਜਾਂਦੇ ਆ. ਜਿਸ ਤਰ੍ਹਾਂ ਤੁਸੀਂ ਹਾਈਡ ਐਂਡ ਸੀਕ ਖੇਲਦੇ ਹੋ ਤਾਂ ਲੁਕ ਜਾਂਦੇ ਹੋ ਇੱਕ ਚੀਜ਼ ਦੇ ਪਿੱਛੇ, ਤਾਂ ਕਿ ਡੋਰ ਦੇ ਪਿੱਛੇ ਲੁਕ ਜਾਂਦੇ ਹੋ, ਤੁਹਾਨੂੰ ਨਹੀਂ ਦਿਖੇ ਕੋਈ ਵੀ. ਤਾਂ ਇਹਦੇ ਵਿੱਚ the materials that allow the materials which do not allow light to pass through them, they are called opaque. ਜਿਹੜੀ ਬਿਲਕੁਲ ਵੀ ਲਾਈਟ ਕ੍ਰਾਸ ਨਹੀਂ ਕਰਨ ਦਿੰਦੀ, ਆਪਣੇ ਵਿੱਚੋਂ ਆਰ ਪਾਰ ਨਹੀਂ ਲੰਘਣ ਦਿੰਦੀ, they are called opaque materials. ਇਹ ਲੱਕੜੀ ਵੀ ਹੋ ਸਕਦੀ ਹੈ, ਵੁਡਨ, ਕੋਈ ਮੈਟਲ ਵੀ ਹੋ ਸਕਦੀ ਹੈ, ਜਿਸ ਤਰ੍ਹਾਂ ਦਰਵਾਜ਼ੇ ਖਿੜਕੀਆਂ ਤੁਹਾਡੇ ਹੁੰਦੇ ਆ, ਤਾਂ ਉਹਦੇ ਵਿੱਚੋਂ ਬਿਲਕੁਲ ਲਾਈਟ ਆਰ ਪਾਰ, ਤੁਸੀਂ ਦੂਸਰੇ ਪਾਸੇ ਖੜੇ ਬੰਦੇ ਨੂੰ ਨਹੀਂ ਦੇਖ ਸਕਦੇ ਜਦੋਂ ਦਰਵਾਜ਼ਾ ਬੰਦ ਹੈ, ਤਾਂ we cannot see the objects through the opaque material. ਫਿਰ ਇੱਥੇ ਐਗਜ਼ਾਮਪਲ ਦਿੱਤਾ ਦੇਖੋ, ਸ਼ੌਪਕੀਪਰਸ, ਗਲਾਸ, ਵਾਟਰ, ਏਅਰ ਐਂਡ ਸਮ ਪਲਾਸਟਿਕਸ, ਦੇ ਆਰ ਟ੍ਰਾਂਸਪੇਰੈਂਟ ਮਟੀਰੀਅਲਸ. ਗਲਾਸ, ਪਾਣੀ, ਹਵਾ, ਇਹ ਟ੍ਰਾਂਸਪੇਰੈਂਟ ਹੈ, ਲਾਈਟ ਆਰ ਪਾਰ ਲੰਘ ਜਾਂਦੀ ਹੈ. ਇਸੇ ਕਰਕੇ ਅਸੀਂ ਪਾਣੀ ਦੇ ਵਿੱਚੋਂ ਫਿਸ਼ ਦੇਖ ਸਕਦੇ ਹਾਂ ਕਿ ਨੀਚੇ ਫਿਸ਼ ਹੈ, ਜਾਂ ਕੋਈ ਵੀ ਚੀਜ਼ ਜਿਹੜੀ ਸਟੋਨਸ ਹੈ ਨਦੀ ਦੇ ਵਿੱਚ ਨੀਚੇ ਸਟੋਨਸ ਦੇਖ ਸਕਦੇ ਹਾਂ, ਕਿਉਂਕਿ ਵਾਟਰ ਜਿਹੜਾ ਹੈ ਟ੍ਰਾਂਸਪੇਰੈਂਟ ਹੈ. ਗਲਾਸ ਵਿੰਡੋ ਪੇਨਸ ਜਿਹੜੇ ਹੁੰਦੇ ਆ ਉਹਦੇ ਚੋਂ ਵੀ ਅਸੀਂ ਦੇਖ ਸਕਦੇ ਹਾਂ ਆਰ ਪਾਰ. ਐਂਡ ਏਅਰ ਦੇ ਵਿੱਚੋਂ ਅਸੀਂ ਦੇਖ ਰਹੇ ਹਾਂ, ਸਾਡੇ ਵਿਚਾਲੇ ਏਅਰ ਹੈ, ਸਾਨੂੰ ਦਿਖਦੀ ਨਹੀਂ ਹੈ ਪਰ ਲਾਈਟ ਪਾਸ ਹੋ ਰਹੀ ਹੈ. ਤਾਂ ਸ਼ੌਪਕੀਪਰਸ ਯੂਜਲੀ ਪ੍ਰੈਫਰ ਟੂ ਕੀਪ ਬਿਸਕਿਟ, ਸਵੀਟਸ ਐਂਡ ਅਦਰ ਈਟੇਬਲਸ ਇਨ ਟ੍ਰਾਂਸਪੇਰੈਂਟ ਕੰਟੇਨਰਸ ਆਫ ਗਲਾਸ ਔਰ ਪਲਾਸਟਿਕ ਸੋ that buyers can easily see these items. ਇਹ ਤੁਸੀਂ ਦੁਕਾਨ ਤੇ ਜਦੋਂ ਜਾਂਦੇ ਹੋ ਤਾਂ ਤੁਸੀਂ ਦੇਖਦੇ ਹੋ ਕਿ ਕਿਹੜੀ ਟੌਫੀਜ਼ ਜਾਂ ਕੈਂਡੀਜ਼ ਲੈਣੀਆਂ ਹੈ. ਅਗਰ ਇਹ ਓਪੇਕ ਹੋਣਗੀਆਂ ਤਾਂ ਤੁਹਾਨੂੰ ਦਿਖੇਗਾ ਹੀ ਨਹੀਂ, ਔਰ ਅਗਰ ਟ੍ਰਾਂਸਪੇਰੈਂਟ ਹੈ ਤਾਂ ਤੁਸੀਂ ਫਿਰ ਤੁਹਾਡਾ ਮਨ ਵੀ ਕਰਦਾ ਹੈ ਕਿ ਅਸੀਂ ਇਹ ਲੈ ਲਈਏ, ਕਲਰਫੁਲ ਲੈ ਲਈਏ, ਕੁਛ ਵੀ ਲੈ ਲਈਏ. ਇਸ ਕਰਕੇ ਇਹ ਸਾਰੇ ਮਟੀਰੀਅਲ ਸ਼ੌਪਕੀਪਰਸ ਨੇ ਉਹ ਡੱਬੇ ਲੈਂਦੇ ਆ ਜਿਸ ਦੇ ਵਿੱਚ ਕੀ ਚੀਜ਼ ਆਰ ਪਾਰ ਦਿਖੇ, ਤਾਂ ਕਿ ਉਹਨਾਂ ਨੂੰ ਵੀ ਦੇਣੀ ਸੌਖੀ ਹੋ ਜਾਵੇ. ਈਜ਼ੀਲੀ ਦੂਰੋਂ ਪਤਾ ਲੱਗ ਜਾਏਗਾ ਕਿ ਕਿਹੜੀ ਚੀਜ਼ ਕਿੱਥੇ ਪਈ ਹੈ, ਐਂਡ ਤੁਹਾਨੂੰ ਵੀ ਦਿਖ ਜਾਏਗਾ ਕਿ ਤੁਸੀਂ ਕਿਹੜੀ ਚੀਜ਼ ਲੈਣੀ ਚਾਹੁੰਦੇ ਹੋ. So a plastic so that buyers can easily see. Then on the other hand there are some materials which you are not able to see. कुछ materials ऐसे हैं बच्चे जिधर ਤੁਸੀਂ ਬਿਲਕੁਲ ਨਹੀਂ ਦੇਖ ਸਕਦੇ ਹੈ ਨਾ. These are called opaque. You can tell what is kept in a closed wooden box. ਤੁਹਾਡੇ ਕਪਬੋਰਡ ਜਿਹੜਾ ਕਿ ਵੁਡਨ ਹੈ, ਲੱਕੜ ਦਾ ਬਣਿਆ ਹੈ, ਜਾਂ ਅਲਮੀਰਾ ਸਟੀਲ ਦੀ ਬਣੀ ਹੈ, ਕਾਰਟਨ ਹੈ, ਕੋਈ ਮੈਟਲ ਕੰਟੇਨਰ ਹੈ, ਤੁਸੀਂ ਉਹਦੇ ਵਿੱਚ ਨਹੀਂ ਦੱਸ ਸਕਦੇ ਕਿ ਉਸ ਦੇ ਵਿੱਚ ਕੀ ਚੀਜ਼ ਪਈ ਹੈ. ਵੁੱਡ, ਕਾਰਡਬੋਰਡ ਐਂਡ ਮੈਟਲਸ ਆਰ ਐਗਜ਼ਾਮਪਲਸ ਆਫ opaque materials. ਇਹ ਸਾਰੇ ਐਗਜ਼ਾਮਪਲਸ ਹਨ opaque material ਦੇ. Do we find that we can group all materials and objects without any confusion? ਹੁਣ ਤੁਸੀਂ ਬੱਚੇ, ਤੁਹਾਡੇ ਲਈ ਬਹੁਤ ਸੌਖਾ ਹੋ ਗਿਆ ਹੋਏਗਾ ਇਹਨਾਂ ਚੀਜ਼ਾਂ ਨੂੰ, ਕੋਈ ਵੀ ਚੀਜ਼ ਹੈ ਉਹਨਾਂ ਨੂੰ ਉਹਨਾਂ ਦੀ ਪ੍ਰੋਪਰਟੀਜ਼ ਦੇ ਬੇਸ ਤੇ ਸੈਪਰੇਟ ਕਰਨਾ, ਗਰੁੱਪ ਕਰਨਾ, ਔਰ
ਕਲਾਸੀਫਾਈ ਕਰਨਾ ਕਿ ਕਲਾਸੀਫਿਕੇਸ਼ਨ ਕਰਨਾ ਕਿ ਕਿਹੜੀ ਚੀਜ਼ ਕਿਸ ਗਰੁੱਪ ਦੇ ਵਿੱਚ ਜਾਏਗੀ। ਅਗਰ ਤੁਹਾਨੂੰ ਮਟੀਰੀਅਲ ਦੇ ਬੇਸ ਤੇ ਦਿੱਤਾ ਜਾਂਦਾ ਹੈ, ਅਗਰ ਤੁਹਾਨੂੰ ਕਿਹਾ ਜਾਂਦਾ ਹੈ ਕਿ ਅਪੀਅਰੈਂਸ ਦੇ ਬੇਸ ਤੇ ਦੱਸੋ, ਘੁਲਣਸ਼ੀਲਤਾ ਸੋਲਿਬਿਲਿਟੀ ਦੇ ਬੇਸ ਤੇ ਦੱਸੋ, ਹੈ ਨਾ, ਹਾਰਡਨੈਸ ਸੌਫਟਨੈਸ ਦੇ ਬੇਸ ਤੇ ਦੱਸੋ, ਤਾਂ ਤੁਸੀਂ ਬੜੇ ਈਜ਼ੀਲੀ ਕਲਾਸੀਫਾਈ ਕਰ ਸਕਦੇ ਹੋ। ਕਿਉਂ ਕਲਾਸੀਫਾਈ ਕਰਨੀਆਂ ਹੈ? ਅੱਗੇ ਵੀ ਪੜ੍ਹਿਆ ਹੈ ਅਸੀਂ ਕਿ ਕਲਾਸੀਫਿਕੇਸ਼ਨ ਆਫ ਮਟੀਰੀਅਲਸ ਹੈਲਪ ਅਸ ਟੂ ਲੋਕੇਟ ਥਿੰਗਸ ਈਜ਼ੀਲੀ ਐਂਡ ਕਨਵੀਨੀਐਂਟਲੀ। ਸਾਨੂੰ ਲੱਭਣੀਆਂ ਸੌਖੀਆਂ ਹੋ ਜਾਂਦੀਆਂ, ਸਾਨੂੰ ਉਹਦੀ ਅਪਰੋਚ ਸੌਖੀ ਹੋ ਜਾਂਦੀ, ਅਸੀਂ ਫਟਾਫਟ ਉਹਨਾਂ ਨੂੰ ਲੱਭ ਲੈਂਦੇ ਹਾਂ, ਕਨਵੀਨੀਐਂਟਲੀ ਅਸੀਂ ਉਸਨੂੰ ਫਾਈਂਡ ਆਊਟ ਕਰ ਲੈਂਦੇ ਹਾਂ, ਔਰ ਸਾਡਾ ਟਾਈਮ ਸੇਵ ਹੁੰਦਾ ਹੈ ਉਸ ਚੀਜ਼ ਦੇ ਵਿੱਚ। ਔਰ ਕਲਾਸੀਫਿਕੇਸ਼ਨ ਸਾਇੰਟਿਸਟ ਲਈ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ, ਡਿਫਰੈਂਟ ਮਟੀਰੀਅਲਸ ਨੂੰ ਉਹਨਾਂ ਨੂੰ ਪ੍ਰੋਪਰਟੀਜ਼ ਦੇ ਬੇਸ ਤੇ ਸਟੱਡੀ ਕਰਨ ਵਾਸਤੇ। ਸੋ ਇੱਥੇ ਬੇਟਾ ਵਾਈ ਡੂ ਵੀ ਨੀਡ ਟੂ ਗਰੁੱਪ ਮਟੀਰੀਅਲਸ, ਅਸੀਂ ਕਰ ਚੁੱਕੇ ਹਾਂ ਕਿ ਗਰੁੱਪਿੰਗ ਜਾਂ ਕਲਾਸੀਫਾਈ ਸਾਡੇ ਕੰਮ ਨੂੰ ਕਨਵੀਨੀਐਂਟ ਈਜ਼ੀ ਬਣਾ ਲੈਂਦੀ ਹੈ, ਕਨਵੀਨੀਐਂਟ ਬਣਾ ਲੈਂਦੀ ਹੈ, ਔਰ ਵੈਰੀ ਸਿੰਪਲ ਮੈਨਰ ਐਵਰੀਡੇ ਲਾਈਫ ਸਾਡੀ ਸਿੰਪਲ ਹੋ ਜਾਂਦੀ ਹੈ ਜਦੋਂ ਅਸੀਂ ਗਰੁੱਪ ਕਰਦੇ ਹਾਂ ਮਟੀਰੀਅਲਸ। ਜਿਵੇਂ ਤੁਸੀਂ ਮੰਮਾ ਨੂੰ ਦੇਖਿਆ ਹੋਏਗਾ, ਦਾਲਸ ਔਰ ਪਲਸਿਸ ਸਾਰੀਆਂ ਇੱਕ ਸਾਈਡ ਤੇ ਪਈਆਂ, ਤੁਹਾਡੇ ਯੂਟੈਂਸਿਲਸ ਇੱਕ ਸਾਈਡ ਤੇ ਪਏ ਆ, ਮਸਾਲੇ ਇੱਕ ਸਾਈਡ ਤੇ ਰੱਖੇ ਹੋਏ ਆ, ਇੱਕ ਉਹਦੀ ਪਲੇਸ ਹੈ ਪ੍ਰੋਪਰ ਕਿਚਨ ਦੇ ਵਿੱਚ, ਤੇ ਉਹ ਈਜ਼ੀਲੀ ਸਾਰੀ ਚੀਜ਼ਾਂ ਲੈ ਲੈਂਦੇ ਆ। ਨਾਈਫਸ ਵਗੈਰਾ ਹੈ, ਤੁਹਾਨੂੰ ਕੋਈ ਚੀਜ਼ ਦੀ ਲੋੜ ਹੁੰਦੀ ਹੈ, ਤੁਸੀਂ ਆਰਾਮ ਨਾਲ ਜਾ ਕੇ ਲੈ ਲੈਂਦੇ ਹੋ ਉਸ ਜਗ੍ਹਾ ਤੋਂ। ਤਾਂ ਇਸੇ ਤਰ੍ਹਾਂ ਹੀ ਵਾਸ਼ਿੰਗ ਮਟੀਰੀਅਲ ਜੋ ਹੈ, ਉਹ ਸਾਬਣ ਹੋ ਗਿਆ, ਡਿਟਰਜੈਂਟ ਹੋ ਗਿਆ, ਉਹ ਸਾਰਾ ਜਿੱਥੇ ਮਸ਼ੀਨ ਵਿੱਚ ਜਾਂ ਜਿੱਥੇ ਵੀ ਤੁਸੀਂ ਵਾਸ਼ ਕਰਦੇ ਹੋ ਉੱਥੇ ਪਿਆ ਹੋਏਗਾ। ਇਹ ਨਹੀਂ ਹੈ ਕਿ ਉਹਨੂੰ ਤੁਸੀਂ ਸ਼ੂ ਰੈਕ ਵਿੱਚ ਜਾ ਕੇ ਰੱਖ ਦੋਗੇ ਔਰ ਸ਼ੂਜ਼ ਸਾਰੇ ਤੁਸੀਂ ਘਰ ਦੇ ਵਿੱਚ ਇੱਧਰ ਉੱਧਰ ਸੁੱਟ ਦੋਗੇ। ਉਹਨੂੰ ਅਗਰ ਪ੍ਰੋਪਰਲੀ ਰੱਖੋਗੇ ਤਾਂ ਸਵੇਰੇ ਤੁਸੀਂ ਆਰਾਮ ਨਾਲ ਉਸਨੂੰ ਸਕੂਲ ਜਾਣ ਦੇ ਸਮੇਂ ਆਰਾਮ ਨਾਲ ਚੁੱਕ ਵੀ ਸਕਦੇ ਹੋ। ਅਗਰ ਉਹੀ ਤੁਸੀਂ ਇੱਧਰ ਉੱਧਰ ਸੁੱਟਿਆ ਹੋਏਗਾ ਤਾਂ ਤੁਹਾਨੂੰ ਮਿਲਣਾ ਹੀ ਨਹੀਂ ਹੈ। ਸੋ ਇਟ ਵਿਲ ਮੇਕ ਦਾ ਟਾਸਕ ਮੋਰ ਡਿਫਿਕਲਟ। ਸੋ ਈਜ਼ੀ ਐਂਡ ਸਿੰਪਲ ਐਂਡ ਕਨਵੀਨੀਐਂਟ ਹੋ ਜਾਂਦੀ ਹੈ ਸਾਡੀ ਲਾਈਫ ਜਦੋਂ ਅਸੀਂ ਚੀਜ਼ਾਂ ਨੂੰ ਗਰੁੱਪ ਕਰਦੇ ਹਾਂ, ਮਟੀਰੀਅਲਸ ਨੂੰ ਗਰੁੱਪ ਕਰਕੇ, ਕਲਾਸੀਫਾਈ ਕਰਕੇ, ਉਹਨਾਂ ਦੀ ਜਗ੍ਹਾ assign ਕਰਦੇ ਹਾਂ, and we keep all these things in their proper place in such a manner the similar objects they are placed together। ਇਸੇ ਕਰਕੇ ਅਸੀਂ ਘਰ ਦੇ ਵਿੱਚ ਅਸੀਂ ਸਾਰੀਆਂ ਸਿਮਿਲਰ ਚੀਜ਼ਾਂ, ਜਿੱਥੇ ਕਿ ਔਨ ਦਾ ਇੱਥੇ ਕੀ ਪ੍ਰੋਪਰਟੀ ਕੰਮ ਆਏਗੀ, ਯੂਜ਼ ਦੀ ਪ੍ਰੋਪਰਟੀ, ਕਿ ਉਹਦਾ ਕੀ ਯੂਜ਼ ਹੈ, ਗਰੋਸਰੀ ਦਾ ਕੀ ਯੂਜ਼ ਹੈ, ਵੈਜੀਟੇਬਲਸ ਕਿੱਥੇ ਹੋਣਗੀਆਂ, ਯੂਟੈਂਸਿਲਸ ਕਿੱਥੇ ਜਾਣਗੇ, ਜੂਠੇ ਬਰਤਨ ਕਿੱਥੇ ਜਾਣਗੇ, ਸਿੰਕ ਵਿੱਚ ਜਾਣਗੇ, ਨਾ ਕਿ ਇੱਧਰ ਉੱਧਰ ਰੂਮਸ ਦੇ ਵਿੱਚ ਪਏ ਰਹਿੰਦੇ ਆ, ਇੱਦਾਂ ਤਾਂ ਨਹੀਂ ਹੈ ਨਾ। ਸ਼ੂਜ਼ ਐ ਸ਼ੂ ਰੈਕ ਵਿੱਚ ਜਾਣਗੇ, ਤੁਹਾਡੇ ਟੋਇਜ਼ ਤੁਹਾਡੇ ਕਬੋਰਡ ਵਿੱਚ ਜਾਣਗੇ, ਤੁਹਾਡੀਆਂ ਬੁੱਕਸ ਤੁਹਾਡੇ ਟੇਬਲ ਤੇ ਅਰੇਂਜ ਹੋਣਗੀਆਂ। ਇੱਕ ਵੀ ਬੁੱਕ ਅਗਰ ਤੁਸੀਂ ਇੱਧਰ ਉੱਧਰ ਸੁੱਟ ਦਿੱਤੀ ਤਾਂ ਉਹ ਤੁਹਾਨੂੰ ਸਕੂਲ ਦੇ ਵਿੱਚ ਜਦੋਂ ਤੁਸੀਂ ਟਾਈਮ ਟੇਬਲ ਸੈੱਟ ਕਰੋਗੇ ਤਾਂ ਬੜੀ ਮੁਸ਼ਕਿਲ ਆਏਗੀ, ਤੁਹਾਨੂੰ ਮਿਲੇਗੀ ਹੀ ਨਹੀਂ। ਤਾਂ ਵੀ ਆਲ place the things in similar objects in a proper way at a proper place। Such an arrangement helps us to locate them easily locate ਕਰ ਸਕਦੇ ਹਾਂ। Similarly a grocer usually keep all types of biscuits at one corner। ਇੱਕ ਤਰ੍ਹਾਂ ਦੇ ਬਿਸਕਿਟਸ ਅਲੱਗ ਇੱਕ ਕਾਰਨਰ 'ਚ ਰੱਖਦੇ ਆ। ਇਹ ਤੁਸੀਂ ਬੇਟਾ ਮਾਲਸ ਵਿੱਚ ਵੀ ਦੇਖਿਆ ਹੋਏਗਾ, ਜਦੋਂ ਤੁਸੀਂ ਮਾਲ ਵਿੱਚ ਜਾਂਦੇ ਹੋ ਤਾਂ ਕੱਪੜਿਆਂ ਵਾਲੀ ਕਾਰਨਰ ਤੇ ਕੱਪੜੇ ਹੀ ਮਿਲਣਗੇ। ਇਹ ਤਾਂ ਨਹੀਂ ਕਿ ਕੱਪੜਿਆਂ ਦੇ ਵੀ ਇੱਕ ਸ਼ੈਲਫ ਤੇ ਕੱਪੜੇ ਪਏ ਆ, ਦੂਸਰੇ ਤੇ ਬਿਸਕਿਟਸ ਵਗੈਰਾ ਪਏ ਆ। ਜੋ ਗਰੋਸਰੀ ਆਈਟਮਸ ਹੈ ਉਹਦਾ ਇੱਕ ਅਲੱਗ ਸੈਕਸ਼ਨ ਹੋਏਗਾ, ਬਿਸਕਿਟ, ਮਿਕਸਚਰਸ, ਕੈਂਡੀਜ਼, ਟੌਫੀਜ਼, ਚਾਕਲੇਟਸ, ਪਲਸਿਸ, ਦਾਲ, ਉਹ ਤੁਸੀਂ ਇੱਕ ਅਲੱਗ ਵਿੱਚ ਜਾਓਗੇ। ਜਿਹੜਾ ਸ਼ੂਜ਼ ਦਾ ਕੋਈ ਸ਼ੌਪ ਹੋਏਗੀ ਉਹਦੇ ਵਿੱਚ ਜਾ ਕੇ ਸ਼ੂਜ਼ ਦਾ ਹੋਏਗਾ। ਜਦ ਮਾਲ 'ਚ ਤੁਸੀਂ ਜਾਓਗੇ ਤਾਂ ਸੈਪਰੇਟ ਸੈਕਸ਼ਨਸ ਬਣੇ ਹੋਏ ਆ, ਉਹਨਾਂ ਡਿਪਾਰਟਮੈਂਟਸ ਵਿੱਚ ਤੁਹਾਨੂੰ ਡਿਫਰੈਂਟ ਚੀਜ਼ਾਂ ਮਿਲ ਜਾਂਦੀਆਂ, ਸਾਬਣ, ਸੋਪ, ਡਿਟਰਜੈਂਟ, ਇਹ ਸ਼ੈਂਪੂਜ਼, ਇਹ ਅਲੱਗ ਜਗ੍ਹਾ ਤੇ ਮਿਲਣਗੇ ਤੁਹਾਨੂੰ। ਇਸੇ ਤਰ੍ਹਾਂ ਹੀ ਦਾਲਾਂ ਹੈ, ਗ੍ਰੇਨਸ ਐਂਡ ਪਲਸਿਸ, ਇਹ ਵੀ ਸ਼ੌਪਕੀਪਰ ਅਗਰ ਦੇਖੀਏ ਤਾਂ ਸ਼ੌਪਕੀਪਰ ਵੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਸੈਪਰੇਟ ਕਰਕੇ ਰੱਖਦਾ ਹੈ ਤਾਂ ਕਿ ਈਜ਼ੀਲੀ ਉਸਨੂੰ ਅਰੇਂਜ ਹੋ ਜਾਣ ਜਦੋਂ ਵੀ ਕੋਈ ਆਏ ਕਸਟਮਰ। There is another reason why we find such grouping useful। Dividing materials in groups makes it convenient to study। ਉਹਨਾਂ ਦੀ ਪ੍ਰੋਪਰਟੀਜ਼ ਬਾਰੇ ਵੀ ਅਸੀਂ ਜਦੋਂ ਅਸੀਂ ਡਿਵਾਈਡ ਕਰ ਦਿੰਦੇ ਹਾਂ ਚੀਜ਼ਾਂ ਨੂੰ ਤਾਂ ਉਹਨਾਂ ਦੀਆਂ ਪ੍ਰੋਪਰਟੀਜ਼ ਬਾਰੇ ਵੀ ਈਜ਼ੀ ਹੋ ਜਾਂਦਾ ਹੈ ਫਾਈਂਡ ਆਊਟ ਕਰਨਾ ਤੇ ਸਮਝਣਾ। ਐਂਡ ਆਲਸੋ ਆਬਜ਼ਰਵ ਐਨੀ ਪੈਟਰਨਸ ਇਨ ਥੀਸ ਪ੍ਰੋਪਰਟੀਜ਼। ਤਾਂ ਇਹਨਾਂ ਪ੍ਰੋਪਰਟੀਜ਼ ਦਾ ਜਿਹੜਾ ਪੈਟਰਨਸ ਹੈ ਉਹਨਾਂ ਨੂੰ ਸਟੱਡੀ ਕਰਨਾ ਕਿ ਕਿਸ ਤਰ੍ਹਾਂ ਕਿਹੜੀ ਚੀਜ਼ ਕਿਸ ਤਰ੍ਹਾਂ ਪਈ ਹੁੰਦੀ ਹੈਗੀ ਹੈ ਉਸ ਪ੍ਰੋਪਰਟੀ ਦੇ ਬੇਸ ਤੇ, ਜਿਵੇਂ ਹਾਰਡ, ਸੌਫਟਨੈਸ, ਫਲੋਟਿੰਗ, ਇਹ ਸਾਰੀਆਂ ਚੀਜ਼ਾਂ ਅਸੀਂ ਕੀਤੀਆਂ ਤਾਂ ਉਸ ਤੇ ਵੀ ਡਿਪੈਂਡ ਕਰਦਾ ਹੈ, ਤਾਂ ਉਹ ਈਜ਼ੀ ਹੋ ਜਾਂਦਾ ਹੈ। ਸੋ ਇਹਨਾਂ ਪ੍ਰੋਪਰਟੀਜ਼ ਨੂੰ ਸਟੱਡੀ ਕਰਕੇ ਬੇਟਾ ਸਾਡਾ ਈਜ਼ੀ ਹੋ ਜਾਂਦਾ ਟਾਸਕ। ਸੁੱਕਾ ਰਾਸ਼ਨ ਜਿਵੇਂ ਹੁੰਦਾ ਹੈ, ਅਨਾਜ ਹੈ, ਦਾਲਾਂ ਹੈ, ਉਹ ਤੁਸੀਂ ਡਰਾਈ ਰੱਖਣਾ ਹੈ। ਅਗਰ ਉਹਨੂੰ ਪਾਣੀ ਲੱਗ ਜਾਏਗਾ ਤਾਂ ਉਹ ਖਰਾਬ ਹੋ ਜਾਣਗੀਆਂ। ਤਾਂ ਇਹ ਸਾਨੂੰ ਪਤਾ ਹੈ ਕਿ ਇਸ ਚੀਜ਼ ਨੂੰ, ਇਹ ਸਾਰੀਆਂ ਜਿਹੜੀਆਂ ਚੀਜ਼ਾਂ ਹੈ ਇਹਨਾਂ ਨੂੰ ਡਰਾਈ ਰੱਖਣਾ ਤੇ ਪ੍ਰੋਪਰਟੀ ਸਾਨੂੰ ਪਤਾ ਲੱਗ ਗਈ ਤਾਂ ਪ੍ਰੋਪਰਟੀ ਸਟੱਡੀ ਕਰਕੇ ਸਾਨੂੰ ਅਸੀਂ ਚੀਜ਼ਾਂ ਨੂੰ ਮੋਰ ਸਿਕਿਉਰਲੀ ਰੱਖ ਸਕਦੇ ਹਾਂ, ਕਨਵੀਨੀਐਂਟ ਐਂਡ ਈਜ਼ੀ ਵੇ ਦੇ ਵਿੱਚ ਰੱਖ ਸਕਦੇ ਹਾਂ। ਸੋ ਦਿਸ ਵਾਸ ਆਲ ਅਬਾਊਟ ਦਿਸ ਚੈਪਟਰ। I hope all of you understood this chapter well। Thank you. See you in the next video. Till then, take care.